ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 337। ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂਹ ਪ੍ਰਹਿਲਾਦ ਜਪਿਓ ਹਰ ਜੈਸੇ। ਹੇ ਜਿੰਦੇ ਇਉਂ ਅਰਦਾਸ ਕਰਕੇ, ਹੇ ਪ੍ਰਭੂ ਮੈਂ ਤੈਨੂੰ ਉਸ ਪ੍ਰੇਮ ਤੇ ਸਰਧਾ ਨਾਲ ਸਿਮਰਾਂ ਜਿਸ ਪ੍ਰੇਮ ਤੇ ਸਰਧਾ ਨਾਲ ਧਰੂਹ ਅਤੇ ਪ੍ਰਹਿਲਾਦ ਭਗਤ ਨੇ ਹੇ ਹਰੀ ਤੈਨੂੰ ਸਿਮਰਿਆ ਸੀ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ ਰਹਾਓ। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ, ਤੇਰੀ ਮਿਹਰ ਦੀ ਆਸ 'ਤੇ ਮੈਂ ਆਪਣਾ ਸਾਰਾ ਪਰਿਵਾਰ ਤੇਰੇ ਨਾਮ ਦੇ ਜਹਾਜ਼ 'ਤੇ ਚੜ੍ਹਾ ਦਿੱਤਾ ਹੈ। ਮੈਂ ਜੀਵ, ਅੱਖ, ਕੰਨ ਆਦਿਕ ਸਭ ਗਿਆਨ ਇੰਦਰੀਆਂ ਨੂੰ ਤੇਰੀ ਸਿਫਤਸਲਾਹ ਵਿੱਚ ਜੋੜ ਦਿੱਤਾ ਹੈ। ਰਹਾਓ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ। ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ ਇਸ ਸਾਰੇ ਪਰਿਵਾਰ ਨੂੰ ਆਪਣਾ ਹੁਕਮ ਮਨਾਉਂਦਾ ਹੈ। ਭਾਵ ਇਹਨਾਂ ਗਿਆਨ ਇੰਦਰੀਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦਰੀ ਬਣਾਏ ਹਨ। ਇਸ ਵੇਲੇ ਕੋ ਭਾਰ ਨਿਗਾਵੈ, ਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ ਇਹਨਾਂ ਸਭ ਇੰਦਰੀਆਂ ਨੂੰ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ। ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ ਅਜਿਹੀ ਅਕਲ ਪ੍ਰਗਟ ਹੋ ਪੈਂਦੀ ਹੈ, ਭਾਵ ਜੋ ਮਨੁੱਖ ਸਾਰੇ ਇੰਦਰੀਆਂ ਨੂੰ ਛੱਡ ਕੇ ਪ੍ਰਭੂ ਦੇ ਰੰਗ ਵਿੱਚ ਰੰਗਦਾ ਹੈ, ਭਾਵ ਜੋ ਮਨੁੱਖ ਸਾਰੇ ਇੰਦਰੀਆਂ ਨੂੰ ਪ੍ਰਭੂ ਦੇ ਰੰਗ ਵਿੱਚ ਰੰਗਦਾ ਹੈ। ਚੂਕ ਗਈ ਫਿਰ ਆਵਣ ਜਾਣੀ, ਉਸ ਦਾ ਮੁੜ ਮੁੜ ਜੰਮਣ ਮਰਨਾ ਮੁੱਕ ਜਾਂਦਾ ਹੈ। ਕਹੋ ਕਬੀਰ ਭਜ ਸਾਰੰਗ ਪਾਣੀ। ਹੇ ਕਬੀਰ ਆਖ, ਭਾਵ ਆਪਣੇ ਆਪ ਨੂੰ ਸਮਝਾ, ਸਾਰੰਗ ਪਾਣੀ ਪ੍ਰਭੂ ਨੂੰ ਤੂੰ ਸਿਮਰ। ਪੁਰਵਾਰ ਪਾਰ ਸਭ ਏਕੋ ਦਾਨੀ, ਅਤੇ ਲੋਕ ਪਰਲੋਕ ਵਿੱਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ। ਗੌੜੀ 9। ਜੋਨ ਛਾੜ ਤਿਉ ਜਗ ਮਹਿ ਆਇਓ। ਜਦੋਂ ਜੀ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ, ਲਾਗਤ ਪਵਨ ਖਸਮ ਬਿਸਰਾਇਓ, ਤਾਂ ਮਾਇਆ ਦੀ ਹਵਾ ਲੱਗਦਿਆਂ ਹੀ ਖਸਮ ਪ੍ਰਭੂ ਨੂੰ ਭੁਲਾ ਦਿੰਦਾ ਹੈ। ਜੀਰਾ ਹਰ ਕੇ ਗੁਣ ਗਾਓ। ਰਹਾਓ। ਹੇ ਜਿੰਦੇ ਪ੍ਰਭੂ ਦੀ ਸਿਫਤਸਲਾਹ ਕਰ ਰਹਾਓ। ਗਰਭ ਜੋਨ ਮਹਿ ਉਰਦ ਤਪ ਕਰਤਾ। ਜਦੋਂ ਜੀ ਮਾਂ ਦੇ ਪੇਟ ਵਿੱਚ ਸਿਰ ਭਾਲ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ, ਤਿਉਂ ਜਠਰ ਅਗਨ ਮਾਹਿ ਰਹਿਤਾ, ਤਦੋਂ ਪੇਟ ਦੀ ਅੱਗ ਵਿੱਚ ਹੀ ਬਚਿਆ ਰਹਿੰਦਾ ਹੈ। ਲੱਖ 84 ਜੋਨ ਭਰਮ ਆਇਓ। ਜੀਵ 84 ਲੱਖ ਜੂਨਾਂ ਵਿੱਚ ਭਟਕ ਕੇ ਭਾਗਾਂ ਨਾਲ ਮਨੁੱਖ ਜਨਮ ਵਿੱਚ ਆਉਂਦਾ ਹੈ। ਭਾਗਾਂ ਨਾਲ ਮਨੁੱਖਾ ਜਨਮ ਵਿੱਚ ਆਉਂਦਾ ਹੈ। ਅਬ ਕੇ ਛੁੱਟ ਕੇ ਠੌਰ ਨਾ ਠਾਇਓ। ਪਰ ਇੱਥੇ ਵੀ ਖੁੰਝ ਕੇ ਫਿਰ ਕੋਈ ਥਾਂ ਸਥਿਤ ਇਸ ਨੂੰ ਨਹੀਂ ਮਿਲਦਾ। ਕਹੋ ਕਬੀਰ ਭਜ ਸਾਰੰਗ ਪਾਣੀ। ਹੇ ਕਬੀਰ ਜਿੰਦ ਨੂੰ ਸਮਝਾ ਕੇ ਉਸ ਸਾਰੰਗ ਪਾਣੀ ਪ੍ਰਭੂ ਨੂੰ ਸਿਮਰੇ। ਆਵਤ ਦਿਸੈ ਜਾਤ ਨਾ ਜਾਣੀ। ਜੋ ਨਾ ਜੰਮਦਾ ਦਿਸਦਾ ਹੈ ਤੇ ਨਾ ਮਰਦਾ ਸੁਣੀਦਾ ਹੈ। ਗੌੜੀ ਪੂਰਬੀ। ਸੁਰਗ ਵਾਸ ਨਾ ਵਾਂਛੀਐ, ਡਰੀਏ ਨਾ ਨਰਕ ਨਿਵਾਸ। ਨਾ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ ਮਰਨ ਪਿੱਛੋਂ ਸੁਰਗ ਦਾ ਵਸੇਬਾ ਮਿਲ ਜਾਏ, ਅਤੇ ਨਾ ਇਹ
ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿੱਚ ਹੀ ਨਿਵਾਸ ਨਾ ਮਿਲ ਜਾਏ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਜੋ ਕੁਝ ਪ੍ਰਭੂ ਦੀ ਰਜ਼ਾ ਵਿੱਚ ਹੋਣਾ ਹੈ ਉਹੀ ਹੋਵੇਗਾ, ਸੋ ਮਨ ਵਿੱਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ। ਰਮਈਆ ਗੁਣ ਗਾਈਏ, ਅਕਾਲ ਪੁਰਖ ਦੀ ਸਿਫਤਸਲਾਹ ਕਰਨੀ ਚਾਹੀਦੀ ਹੈ। ਜਾਂ ਤੇ ਪਾਈਏ ਪਰਮ ਨਿਧਾਨ ਰਹਾਓ, ਅਤੇ ਇਸੇ ਉਦਮ ਨਾਲ ਉਸ ਨਾਮ ਰੂਪ ਖਜ਼ਾਨਾ ਮਿਲਦਾ ਹੈ ਜੋ ਸਭ ਸੁੱਖਾਂ ਨਾਲੋਂ ਉੱਚਾ ਹੈ। ਰਹਾਓ ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ। ਉਦੋਂ ਤੱਕ ਜਪ ਤਪ ਸੰਜਮ ਵਰਤ ਇਸ਼ਨਾਨ ਇਹ ਸਭ ਕਿਸੇ ਕੰਮ ਨਹੀਂ। ਜਬ ਲਗ ਜੁਗਤ ਨ ਜਾਣੀਐ, ਭਾਉ ਭਗਤ ਭਗਵਾਨ। ਜਦ ਤੱਕ ਕਾਲ ਪੁਰਖ ਨਾਲ ਪਿਆਰ ਤੇ ਉਸਦੀ ਭਗਤੀ ਦੀ ਯੁਕਤ ਨਹੀਂ ਸਮਝੀ ਦੀ, ਭਾਵ ਜਦ ਤੱਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਯੁਕਤੀ ਹੈ। ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ। ਰਾਜ ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ। ਜਿਉਂ ਸੰਪੈ ਤਿਉਂ ਬਿਪਤ ਹੈ, ਬਿਧ ਨੇ ਰਚਿਆ ਸੋ ਹੋਏ। ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ। ਜਿਵੇਂ ਰਾਜ ਭਾਗ ਪ੍ਰਭੂ ਦਾ ਦਿੱਤਾ ਹੀ ਮਿਲਦਾ ਹੈ, ਤਿਵੇਂ ਵਿਪਤਾ ਵੀ ਉਸੇ ਦੀ ਪਾਈ ਪੈਂਦੀ ਹੈ। ਕਹਿ ਕਬੀਰ ਅਬ ਜਾਣਿਆ, ਸੰਤਨ ਹਿਰਦੇ ਮਝਾਰ। ਕਬੀਰ ਆਖਦਾ ਹੈ, ਹੁਣ ਇਹ ਸਮਝ ਆਈ ਹੈ ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿੱਚ ਨਹੀਂ, ਪਰਮਾਤਮਾ ਸੰਤਾਂ ਦੇ ਹਿਰਦੇ ਵਿੱਚ ਵਸਦਾ ਹੈ। ਸੇਵਕ ਸੋ ਸੇਵਾ ਭਲੇ, ਜਹ ਕਟ ਵਸੇ ਮਰਾਰ। ਉਹੀ ਸੇਵਕ ਸੇਵਾ ਕਰਦੇ ਸੁਣੀਦੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ, ਭਾਵ ਜੋ ਪ੍ਰਭੂ ਦੀ ਸਿਫਤਸਲਾਹ ਕਰਦੇ ਹਨ। ਗੌੜੀ ਰੇ ਮਨ ਤੇਰੋ ਕੋਇ ਨਹੀਂ, ਖਿੰਚ ਲੈ ਜਿਨ ਭਾਰ। ਰੇ ਮਨ ਤੇਰੋ ਕੋਈ ਨਹੀਂ, ਖਿੰਚ ਲੈ ਜਿਨ ਭਾਰ। ਹੇ ਮੇਰੇ ਮਨ, ਅੰਤ ਤੇਰਾ ਕੋਈ ਸਾਥੀ ਨਹੀਂ ਬਣੇਗਾ। ਮਤਾ ਹੋਰਨਾਂ ਸੰਬੰਧੀਆਂ ਦਾ ਭਾਰ ਖਿੱਚ ਕੇ ਆਪਣੇ ਸਿਰ 'ਤੇ ਲੈ ਲਏ, ਭਾਵ ਮਤਾ ਸੰਬੰਧੀਆਂ ਦੀ ਖਾਤਰ ਪ੍ਰਪੰਚ ਕਰਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ। ਬਿਰਖ ਵਿਸੇਰੋ ਪੰਖ ਕੋ, ਤੈਸੋ ਇਹੋ ਸੰਸਾਰ। ਜਿਵੇਂ ਪੰਖੀਆਂ ਦਾ ਰੁੱਖਾਂ 'ਤੇ ਬਸੇਰਾ ਹੁੰਦਾ ਹੈ, ਇਸੇ ਤਰ੍ਹਾਂ ਇਹ ਜਗਤ ਦਾ ਵਾਸਾ ਹੈ। ਰਾਮ ਰਸ ਪੀਆ ਰਹੇ, ਭਾਈ ਗੁਰਮੁਖ ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ। ਜੈ ਰਸ ਵਿਸਰ ਗਈ ਰਸ ਔਰ ਰਹਾਓ, ਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ ਉਹਨਾਂ ਨੂੰ ਵਿਸਰ ਜਾਂਦੇ ਹਨ। ਰਹਾਓ ਔਰ ਮੂਏ ਕਿਆ ਰੋਈਐ, ਜਿਉਂ ਆਪਾ ਥਿਰ ਨਾ ਰਹਾਏ। ਕਿਸੇ ਹੋਰ ਦੇ ਮਨ 'ਤੇ ਰੋਣ ਦਾ ਕੀ ਅਰਥ ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ। ਜੋ ਉਪਜੇ ਸੋ ਵਿੰਸ ਹੈ, ਦੁੱਖ ਕਰ ਰੋਵੈ ਬੁਲਾਏ। ਇਹ ਅਟਲ ਨਿਯਮ ਹੈ ਕਿ ਜੋ ਜੀਵ ਜਾਉਂਦਾ ਹੈ ਉਹ ਨਾਸ ਹੋ ਜਾਂਦਾ, ਫਿਰ ਕਿਸੇ ਦੇ ਮਨ 'ਤੇ ਦੁਖੀ ਹੋ ਕੇ ਰੋਣਾ ਵਿਅਰਥ ਹੈ। ਜੈ ਕੀ ਉਪਜੀ ਤਹਿ ਰਚੀ, ਪੀਵਤ ਮਰਦਨ ਲਾਗ। ਗੁਰਮੁਖਾਂ ਦੀ ਸੰਗਤ ਵਿੱਚ ਨਾਮ ਰਸ ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿੱਚ ਜੁੜੀ ਰਹਿੰਦੀ ਹੈ। ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਵਿਰਾਗ। ਕਬੀਰ ਆਖਦਾ, ਜਿਨ੍ਹਾਂ ਨੇ ਆਪਣੇ ਮਨ ਵਿੱਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵੱਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ। ਰਾਗ ਗੌੜੀ ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੈ ਉਸਾਸਾ। ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿੱਚ ਇਸਤਰੀ ਉਸ ਦਾ ਰਾਹ ਤੱਕਦੀ ਹੈ, ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਅਤੇ ਉਹ ਊਬੇ ਸਾਹ ਲੈ ਰਹੀ ਹੈ।
ਪੁਰ ਨ ਭੀਜੇ ਪੱਗ ਨ ਖਿਸੈ, ਹਰ ਦਰਸ਼ਨ ਕੀ ਆਸਾ। ਰਾਹ ਤੱਕਦਿਆਂ ਉਸਦਾ ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ, ਭਾਵ ਖਲੋਤੀ ਖਲੋਤੀ ਥੱਕਦੀ ਨਹੀਂ। ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜਿਉਂਦੜੇ ਦੀ, ਜਿਸ ਨੂੰ ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ। ਉੱਡੋ ਨਾ ਕਾਗਾ ਕਾਰੇ, ਵਿਛੜੀ ਵਹਿਬਲ ਨਾਰ ਵਾਂਗ ਹੀ ਬਰਾਗ ਜੀ ਵਿਸਰੀ ਆਖਦੀ ਹੈ, ਹੇ ਕਾਲੇ ਕਾਂ ਉੱਡ ਮੈਂ ਸਦਕੇ ਜਾਵਾਂ ਉੱਡ। ਬੇਗ ਮਿਲੀਜੈ ਆਪਣੇ ਰਾਮ ਪਿਆਰੇ ਰਹਾਓ, ਭਲਾ ਜੇ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ ਰਹਾਓ। ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ। ਕਬੀਰ ਆਖਦਾ ਹੈ, ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿੱਚ ਤਰਲੇ ਲੈਂਦੀ ਹੈ, ਤਿਵੇਂ ਹੀ ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ। ਏਕ ਆਧਾਰ ਨਾਮ ਨਰੈਣ, ਰਸ ਨ ਰਾਮ ਰਵੀਜੈ। ਪ੍ਰਭੂ ਦੇ ਰਾਮ ਦਾ ਹੀ ਇੱਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਵ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ। ਏਕ ਆਧਾਰ ਨਾਮ ਨਰੈਣ, ਰਸ ਨ ਰਾਮ ਰਵੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।